ਕਹਿੰਦੇ ਨੇ ਇਤਿਹਾਸ ਬਣਦੇ ਨੇ, ਇਤਿਹਾਸ ਬਣਾਇਆ ਜਾਂਦਾ ਹੈ। ਸੋ ਤੁਸੀਂ ਵੀ ਦੇਖ ਰਹੇ ਹੋ ਕਿ ਇੱਥੇ ਕੁੰਡਲੀ ਬਾਰਡਰ ਤੇ ਸਿੰਘੂ ਬਾਰਡਰ ਤੋਂ ਅਸੀਂ ਲਗਾਤਾਰ ਲਾਈਵ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਤਿਹਾਸ ਬਣ ਰਿਹਾ ਹੈ, ਇਤਿਹਾਸ ਰਚ ਰਿਹਾ ਹੈ ਤੇ ਇਸ ਨੂੰ ਹੋਰ ਵੀ ਅੱਗੇ ਮਤਲਬ ਇਸ ਇਤਿਹਾਸ ਨੂੰ ਹੋਰ ਵੱਡਾ ਬਣਾਉਣ ਦੇ ਲਈ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਨੇ, ਬਹੁਤ ਵਿਲੱਖਣ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਵੀਰ ਸਿੰਘ ਜੀ ਤੇ ਜੱਸੀ ਸੰਘਾ ਜੀ। ਸੋ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲੀ ਗੱਲ ਤਾਂ ਇਹ ਵਧਾਈ ਦੇ ਪਾਤਰ ਨੇ ਕਿਉਂਕਿ ਇਸ ਅੰਦੋਲਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਇਹਨਾਂ ਦਾ ਵੀ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨੌਜਵਾਨ ਸਾਥ ਦੀ, ਜਿਹੜੀ ਅਸੀਂ ਪਹਿਲਾਂ ਵੀ ਇੱਕ ਵੀਡੀਓ ਕਰ ਚੁੱਕੇ ਹਾਂ, ਸਾਂਝੀ ਸਾਥ, ਜਿਸ ਨੂੰ ਨਾਮ ਦਿੱਤਾ ਗਿਆ ਆ ਲਾਇਬ੍ਰੇਰੀ, ਕਿਤਾਬ ਘਰ। ਸੋ ਲੋਕ ਆਉਂਦੇ ਨੇ ਇੱਥੇ, ਡਿਬੇਟਸ ਕਰਦੇ ਨੇ, ਆਪਸੀ ਵਿਚਾਰ ਜਿਹੜੇ ਆ ਉਹ ਸਾਂਝੇ ਕਰਦੇ ਨੇ ਤੇ ਸਭ ਤੋਂ ਵੱਡਾ ਉਪਰਾਲਾ ਜਿਹੜਾ ਆ ਉਹ ਅੱਜ ਕੀਤਾ ਗਿਆ ਇਹਨਾਂ ਵੱਲੋਂ ਉਹ ਹੈ ਇਹ ਨਿਊਜ਼ਪੇਪਰ, ਇਹ ਅਖਬਾਰ ਟਰਾਲੀ ਟਾਈਮਸ, ਜਿਸ ਦਾ ਨਾਮ ਰੱਖਿਆ ਗਿਆ। ਸੋ ਇਹਦੇ ਬਾਰੇ ਗੱਲ ਕਰਾਂਗੇ ਕਿ ਕਿੱਦਾਂ ਇਹਦੇ ਬਾਰੇ ਸੋਚਿਆ, ਕਿਉਂਕਿ ਇਤਿਹਾਸ 'ਚ ਅੰਦੋਲਨ ਤਾਂ ਬਹੁਤ ਸਾਰੇ ਹੋਏ ਨੇ ਪਰ ਅਖਬਾਰ ਦੀ ਜੇਕਰ ਗੱਲ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਇਸ ਅੰਦੋਲਨ ਦੇ ਵਿੱਚ ਪਹਿਲੀ ਵਾਰ ਇਹ ਅਖਬਾਰ ਜਿਹੜਾ ਆਇਆ। ਸੋ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ ਜੀ? ਬਿਲਕੁਲ ਠੀਕ ਹੈ ਜੀ। ਪਹਿਲੀ ਗੱਲ ਤਾਂ ਇਹ ਕਿ ਇੰਨਾ ਵੱਡਾ ਜਿਹੜਾ ਯੋਗਦਾਨ ਤੁਸੀਂ ਇਸ ਅੰਦੋਲਨ ਦੇ ਵਿੱਚ ਪਾ ਰਹੇ ਹੋ, ਇੰਨੇ ਲੰਮੇ ਸਮੇਂ ਤੋਂ ਤੁਸੀਂ ਲੱਗੇ ਵੀ ਹੋਏ ਹੋ, ਸੋ ਇਸ ਦਾ ਖਿਆਲ ਕਿੱਦਾਂ ਆ? ਨੌਜਵਾਨ ਸਾਥ ਦਾ ਖਿਆਲ ਕਿਵੇਂ ਆਇਆ? ਦੇਖੋ, ਇਹ ਖਿਆਲ ਕਿਸੇ ਇੱਕ ਦਾ ਨਹੀਂ, ਇਹ ਸਾਰਿਆਂ ਦਾ ਰਲਿਆ ਮਿਲਿਆ ਜਿਹਾ ਐਫਰਟ ਹੈ। ਜੱਸੀ ਭੈਣ, ਇੰਦਰਪਾ ਤੇ ਮੇਰੀ ਡਿਸਕਸ਼ਨ ਦੇ ਵਿੱਚ ਇਹ ਖਿਆਲ ਪੈਦਾ ਹੋਇਆ ਸੀਗਾ, ਫਿਰ ਉਹਨੂੰ ਐਗਜ਼ੀਕਿਊਟ ਕਰਨ ਦੀ ਕੋਸ਼ਿਸ਼ ਕੀਤੀ ਤੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸੋਹਣਾ। ਫਿਰ ਸਾਨੂੰ ਪਤਾ ਹੀ ਨਹੀਂ ਕਿਹੜਾ ਬੰਦਾ ਕਿਤਾਬਾਂ ਲੈ ਆ, ਕਿਹੜਾ ਬੰਦਾ ਟੈਂਟ ਲੈ ਆ। ਹਰਿਆਣੇ ਵਾਲੇ ਵੀਰਾਂ ਨੇ ਬਹੁਤ, ਨਵਦੀਪ ਨੇ ਬਹੁਤ ਹੈਲਪ ਕੀਤੀ ਹੈ ਇਹਦੇ ਵਿੱਚ, ਇੱਕ ਮੁੰਡਾ ਵਿੱਕੀ ਹੈ, ਤੇਜਵੀਰ ਹੈ, ਸਾਰਿਆਂ ਨੇ ਬਹੁਤ ਹੈਲਪ ਕੀਤੀ ਹੈ। ਸੋ ਇਹ ਰਲੇ ਮਿਲੇ ਐਫਰਟਸ ਆ ਜੀ, ਇਹ ਚੰਗੀਆਂ ਇੰਟੈਂਸ਼ਨਸ ਵਾਲਿਆਂ ਨੇ ਰਲ ਮਿਲ ਕੇ ਇਹ ਸਾਰਾ ਕੁਝ ਕਰ ਦਿੱਤਾ ਜੀ। ਅਸੀਂ ਵੀ ਜਦੋਂ ਨਾ ਇੱਥੇ ਐਂਟਰ ਹੋਏ ਸੀਗੇ ਤੇ ਇੱਕ ਅਲੱਗ ਜੀ ਪੋਜ਼ਿਟਿਵਿਟੀ ਜੀ ਆਈ ਸਾਨੂੰ ਇਸ ਅੰਦੋਲਨ 'ਚ। ਤਾਂ ਅਸੀਂ ਘੁੰਮ ਹੀ ਰਹੇ ਹਾਂ ਕਾਫੀ ਦਿਨਾਂ ਤੋਂ। ਅੱਜ ਵੀ ਅਸੀਂ ਪਹਿਲਾਂ ਕੱਲ੍ਹ ਆਏ ਸੀਗੇ, ਅੱਜ ਵੀ ਅਸੀਂ ਆ ਕੇ ਬੈਠੇ ਹਾਂ ਤੇ ਕਾਫੀ ਦੇਰ ਹੋ ਗਈ ਸਾਨੂੰ ਬੈਠਿਆਂ ਨੂੰ ਇੱਥੇ ਤੇ ਅਸੀਂ ਦੇਖ ਰਹੇ ਸੀ ਬੱਚੇ ਪੜ੍ਹ ਰਹੇ ਨੇ, ਕਲਾਸਾਂ ਲਗਾ ਰਹੇ ਨੇ। ਸੋ ਇੱਕ ਬੜਾ ਸੋਹਣਾ ਉਪਰਾਲਾ ਆ ਕਿਉਂਕਿ ਇੱਥੇ ਬੱਚੇ ਅਸੀਂ ਦੇਖਦੇ ਸੀ ਵੀ ਕੂੜਾ ਚੱਕਦੇ ਨੇ, ਘਰਾਂ 'ਚ ਕੰਮ ਕਰਦੇ ਨੇ। ਦਿੱਲੀ ਵਾਲੇ ਬੜੇ ਸਾਰੇ ਬੱਚੇ ਜਿਹੜੇ ਇੱਥੇ ਲੰਗਰ ਦੇ ਵਿੱਚ ਆਉਂਦੇ ਨੇ ਤੇ ਪੜ੍ਹਾਈ ਦੇ ਬਾਰੇ ਸੋਚਿਆ ਹੀ ਨਹੀਂ ਸੀ। ਤੁਸੀਂ ਸਿੱਖਿਆ ਕੇਂਦਰ ਖੋਲ੍ਹ ਦਿੱਤਾ। ਸਿੱਖਿਆ ਕੇਂਦਰ ਇੱਦਾਂ ਕਿ ਸਾਡੇ ਨਾਲ ਇੱਕ ਬੱਚੀ ਹੈ ਬੜੀ ਪਿਆਰੀ, ਕਵਲ। ਬੱਚੀ ਤਾਂ ਨਹੀਂ, ਮੇਰੀ ਹਾਨਣੀ ਹੈ ਤੇ ਉਹ ਆਲਰੇਡੀ ਇੱਕ NGO ਨਾਲ ਕੰਮ ਕਰਦੀ ਸੀ ਜਿਹਦੇ 'ਚ ਉਹ ਬੱਚਿਆਂ ਨੂੰ ਪੜ੍ਹਾਉਂਦੀ ਸੀਗੀ, ਸਾਰਾ ਕੁਝ ਕਰਦੀ ਸੀ। ਤਾਂ ਇਹ ਉਹਦਾ ਆਈਡੀਆ ਸੀਗਾ ਕਿ ਇੱਥੇ ਵੀ ਬੱਚਿਆਂ ਨੂੰ ਪੜ੍ਹਾਇਆ ਜਾ ਸਕਦਾ ਹੈ। ਤਾਂ ਫਿਰ ਹੁਣ ਮੇਰੇ ਖਿਆਲ 70 ਬੱਚਿਆਂ ਦੀ ਕਲਾਸ ਲੈ ਰਹੀ ਆ ਉਹ। 70 ਕੁ ਬੱਚੇ ਨੇ ਜੀ ਉਹਦੇ ਕੋਲ ਐਟ ਪ੍ਰੈਜ਼ੈਂਟ। ਮਾਪੇ ਸਵੇਰੇ ਆਪ ਛੱਡਣ ਆਉਂਦੇ ਨੇ, ਬੜੇ ਉਤਸ਼ਾਹ ਦੇ ਨਾਲ ਛੱਡ ਕੇ ਜਾਂਦੇ ਨੇ ਬੱਚੇ। ਲੋਕਲਸ ਦੇ ਬੱਚੇ ਨੇ, ਪ੍ਰੋਟੈਸਟਰਸ ਦੇ ਤਾਂ ਮੇਰੇ ਖਿਆਲ ਥੋੜ੍ਹੇ ਹੀ ਨੇ ਪਰ ਲੋਕਲਸ ਜ਼ਿਆਦਾ ਨੇ ਤੇ ਉਹ ਇੱਥੇ ਪੇਂਟਿੰਗ ਕਰਦੇ ਨੇ, ਹੋਰ ਬਹੁਤ ਸੋਹਣੀਆਂ ਚੀਜ਼ਾਂ ਸਿੱਖਦੇ ਨੇ, ਕਰਦੇ ਨੇ, ਖਾਂਦੇ ਪੀਂਦੇ ਵੀ ਨੇ, ਤਾਂ ਫਿਰ ਇੰਜੋਇਮੈਂਟ ਕਰਕੇ ਵਾਪਸ ਜਾਂਦੇ ਨੇ। ਸੋ ਅੱਗੇ ਜੱਸੀ ਸੰਘਾ ਜੀ ਦਾ ਵੀ ਬਹੁਤ ਜ਼ਿਆਦਾ ਯੋਗਦਾਨ ਹੈ ਇਸ ਗੱਲ ਦੇ ਵਿੱਚ, ਤੋਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਮੈਨੂੰ ਇਹ ਦੱਸੋ ਕਿ ਜਦੋਂ ਟਰਾਲੀ ਟਾਈਮਸ ਅਖਬਾਰ ਦਾ ਆਈਡੀਆ ਆਇਆ ਤੇ ਕਿਉਂਕਿ ਇਹ ਇੱਕ ਸੌਖਾ ਕੰਮ ਨਹੀਂ ਹੈਗਾ ਇਹਨੂੰ ਛਾਪਣਾ, ਫਿਰ ਗੁੜਗਾਉਂ ਤੋਂ ਅਖਬਾਰ ਆ ਰਹੀ ਹੈ ਤੇ ਲੋਕਾਂ ਤੱਕ ਪਹੁੰਚਾਉਣਾ, ਇਹ ਵੀ ਇੱਕ ਬੜੀ ਵੱਡੀ ਚੀਜ਼ ਹੈਗੀ ਹੈ। ਤੇ ਕਿਵੇਂ ਇਸ ਨੂੰ ਤੁਸੀਂ ਮਤਲਬ ਸ਼ੁਰੂਆਤ ਇਹਦੀ ਕਿਵੇਂ ਕੀਤੀ? ਇਹ ਸੁਰਮੀਤ ਮਾਵੀ ਵੀਰੇ ਦਾ ਸੀਗਾ ਆਈਡੀਆ, ਹੈ ਨਾ, ਕਿ ਵੀ ਕੋਈ ਵੀ ਅਖਬਾਰ ਜਿਹੜਾ ਆ, ਮੌਜੂਦਾ ਅਖਬਾਰ ਆਪਣੀ ਉੱਦਾਂ ਗੱਲ ਨਹੀਂ ਕਰ ਰਿਹਾ। ਦੂਜੀ ਗੱਲ, ਇੱਥੇ ਹੁੰਦਿਆਂ ਇੰਨੇ ਪੜ੍ਹਨ ਲਿਖਣ ਵਾਲੇ ਲੋਕ ਆ ਸਾਡੇ ਕੋਲ, ਉਹ ਲਿਖ ਵੀ ਰਹੇ ਨੇ ਜ਼ਾਹਿਰ ਹੈ, ਤੇ ਕਿਉਂ ਨਾ ਆਪਾਂ ਉਹਨਾਂ ਲਈ ਇੱਕ ਇੱਦਾਂ ਦਾ ਪਰਚਾ ਸ਼ੁਰੂ ਕਰ ਲਈਏ ਜਿੱਥੇ ਉਹ ਛਪਣ ਤੇ ਇੱਥੇ ਉਹਨਾਂ ਦੀ ਗੱਲ ਹੋਵੇ। ਤੀਸਰਾ ਇਹ ਕਿ ਜਦੋਂ ਜਿਹੜਾ ਅਖਬਾਰ ਆ ਉਹ ਇਕੱਲਾ ਇਹ ਨਹੀਂ ਹੁੰਦਾ ਕਿ ਵੀ ਤੁਸੀਂ ਇਕੱਲੇ ਬਹਿ ਕੇ ਪੜ੍ਹ ਰਹੇ ਹੋ, ਕਿਤਾਬ ਤੁਸੀਂ ਫਿਰ ਵੀ ਪੜ੍ਹ ਲੈਂਦੇ ਹੋ। ਅਖਬਾਰ ਇੱਕ ਇੱਦਾਂ ਦੀ ਚੀਜ਼ ਹੁੰਦੀ ਆ ਜਿਹਦੇ ਵਿੱਚੋਂ ਸੱਥ ਦਾ ਕਲਚਰ ਉਪਜਦਾ ਆ, ਹੈ ਨਾ। ਖੁੰਡ ਚਰਚਾ ਸ਼ੁਰੂ ਹੁੰਦੀ ਆ ਅਖਬਾਰ ਤੋਂ। ਆਪਣੇ ਪਿੰਡਾਂ 'ਚ ਦੇਖਿਆ ਹੋਣਾ ਤੁਸੀਂ ਬਈ ਕੁਛ ਘਰਾਂ ਦੇ ਘਰੇ ਅਖਬਾਰ ਲੱਗਿਆ ਹੁੰਦਾ ਤੇ ਬਾਕੀ ਫਿਰ ਉਹ ਸਾਂਝੀ ਜਗ੍ਹਾ ਤੇ ਬਹਿ ਕੇ, ਖੁੰਡਾਂ ਤੇ ਬਹਿ ਕੇ, ਧਰਮਸ਼ਾਲਾ 'ਚ ਬਹਿ ਕੇ ਅਖਬਾਰ ਪੜ੍ਹਦੇ ਆ। ਤੇ ਸਾਨੂੰ ਲੱਗਿਆ ਕਿ ਜੇ ਆਪਾਂ ਮੰਨ ਲਓ ਇੱਕ ਇੱਕ ਟਰਾਲੀ 'ਚ ਇੱਕ ਅਖਬਾਰ ਦਿੱਤਾ ਤੇ ਇਹਦਾ ਮਤਲਬ ਇੱਕ ਪਿੰਡ ਨੂੰ ਇੱਕ ਅਖਬਾਰ ਮਿਲ ਰਿਹਾ ਤੇ ਉਹਨਾਂ ਨੂੰ ਇੱਕ ਜੁੜ ਕੇ ਬਹਿਣ ਦਾ ਅਸੀਂ ਕਾਰਨ ਦੇ ਰਹੇ ਹਾਂ। ਤੇ ਕਿਉਂ ਨਾ ਆਪਾਂ ਇਹ ਸ਼ੁਰੂ ਕਰ ਲਈਏ ਇੱਕ ਇੱਦਾਂ ਦਾ ਪੈਰਲਲ ਮੀਡੀਆ ਜਿੱਥੇ ਕਿਸਾਨਾਂ ਦੀ ਗੱਲ ਹੋਵੇ, ਕਿਸਾਨਾਂ ਬਾਰੇ ਹੋਵੇ ਤੇ ਮੈਕਸੀਮਮ ਉਹਨਾਂ ਹੀ ਕਿਸਾਨਾਂ ਦੀ ਲਿਖੀ ਹੋਵੇ ਜਿਹੜੇ ਟਰਾਲੀਆਂ 'ਚ ਬੈਠੇ ਆ। ਇਹ ਸੀਗਾ ਆਈਡੀਆ। ਤੇ ਜਦੋਂ ਹੁਣ ਅਸੀਂ ਇਸ ਨੂੰ ਪੜ੍ਹ ਵੀ ਰਹੇ ਸੀਗੇ, ਇਹਦੇ ਵਿੱਚ ਅਲੱਗ-ਅਲੱਗ ਲੇਖਕਾਂ ਨੇ ਆਪਣੇ ਵਿਚਾਰ ਦੱਸੇ ਨੇ ਤੇ ਜਿਹੜੇ ਇੱਕ ਆਮ ਲੋਕੀ ਲਿਖਦੇ ਨੇ
ਕਿਉਂਕਿ ਇਹਦੇ ਵਿੱਚ ਤਾਂ ਦੇਖੋ ਸਟੇਜ ਦੇ ਜਿਹੜੇ ਬੁਲਾਰੇ ਬੋਲ ਰਹੇ ਨੇ ਉਹਨਾਂ ਦੇ ਤੁਸੀਂ ਵਿਚਾਰ ਲੈ ਰਹੇ ਹੋ ਜਾਂ ਫਿਰ ਸਾਡੇ ਆਲੇ ਦੁਆਲੇ ਨੌਜਵਾਨ ਨੇ, ਪਰ ਜਿਹੜੇ ਆਮ ਲੋਕੀ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਨੇ ਜਾਂ ਫਿਰ ਸਾਨੂੰ ਇਸ ਅੰਦੋਲਨ ਤੋਂ ਬਾਹਰ ਦੀ ਗੱਲ ਕਰੀਏ, ਤੁਹਾਨੂੰ ਬਹੁਤ ਸਾਰੇ ਮੈਸੇजेस ਵੀ ਆਉਂਦੇ ਹੋਣਗੇ, ਲੇਖ ਆਉਂਦੇ ਹੋਣਗੇ ਕਿ ਇਸ ਨੂੰ ਵੀ ਛਾਪੋ, ਤੇ ਉਹਨਾਂ ਦਾ ਕਿੱਦਾਂ ਅੱਗੇ ਸੋਚਿਆ? ਅਸੀਂ ਕੰਸੀਡਰ ਤੇ ਕਰ ਰਹੇ ਹਾਂ। ਜਿਵੇਂ ਹੁਣ ਤੁਸੀਂ ਦੇਖਿਆ ਹੋਣਾ ਲਾਸਟ ਪੇਜ ਤੇ ਜਿਹੜੀ ਸੁਰਜੀਤ ਪਾਤਰ ਜੀ ਦੀ ਕਵਿਤਾ ਆ, ਉਹਨਾਂ ਨੇ ਰੀਸੈਂਟਲੀ ਇਸ ਅੰਦੋਲਨ ਬਾਰੇ ਲਿਖੀ ਹੈ ਨਾ, ਪਰ ਉਹ ਇੰਨੀ ਜ਼ਿਆਦਾ ਚੰਗੀ ਆ ਕਿ ਤੁਸੀਂ ਸਾਰਾ ਕੁਝ ਭੁਲਾ ਕੇ ਉਹਨੂੰ ਇਸ ਅਖਬਾਰ ਦਾ ਹਿੱਸਾ ਬਣਾਉਣਾ ਚਾਹੁੰਦੇ ਆ, ਕਿਉਂਕਿ ਇੰਨੀ ਜ਼ਿਆਦਾ ਗੱਲ ਕਰਦੀ ਆ, ਹੈ ਨਾ ਵੀ। ਜਿਵੇਂ ਮੈਂ ਤੁਹਾਨੂੰ 2 ਲਾਈਨਾਂ ਪੜ੍ਹ ਕੇ ਦੱਸਦੀ ਹਾਂ। ਕਹਿੰਦੇ ਕਿ ਇਹਦੇ ਵਿੱਚ ਵਰਤਮਾਨ ਅਤੀਤ ਨਾਲ ਭਵਿੱਖ ਸ਼ਾਮਿਲ ਹੈ, ਇਹਦੇ ਵਿੱਚ ਹਿੰਦੂ ਮੁਸਲਿਮ ਬੁੱਧ ਜੈਨ ਤੇ ਸਿੱਖ ਸ਼ਾਮਿਲ ਹੈ, ਬੜਾ ਕੁਝ ਦਿਸ ਰਿਹਾ ਤੇ ਕਿੰਨਾ ਹੋਰ ਅਦਿੱਖ ਸ਼ਾਮਿਲ ਹੈ। ਇਹ ਮੇਲਾ ਹੈ, ਇਹ ਹੈ ਇੱਕ ਲਹਿਰ ਵੀ, ਸੰਘਰਸ਼ ਵੀ, ਪਰ ਜਸ਼ਨ ਵੀ ਤਾਂ ਹੈ। ਇਹਦੇ ਵਿੱਚ ਰੋਹ ਹੈ ਸਾਡਾ, ਦਰਦ ਸਾਡਾ, ਟਸ਼ਨ ਵੀ ਤਾਂ ਹੈ। ਜੋ ਪੁੱਛੇਗਾ ਕਦੀ ਇਤਿਹਾਸ ਤੇ ਇੱਥੋਂ ਪ੍ਰਸ਼ਨ ਵੀ ਤਾਂ ਹੈ, ਤੇ ਤੈਨੂੰ ਕੁਝ ਪਤਾ ਹੀ ਨਹੀਂ ਇਹਦੇ ਵਿੱਚ ਕੌਣ ਸ਼ਾਮਿਲ ਨੇ, ਹੈ ਨਾ। ਸੋ ਮਤਲਬ ਇੱਥੇ ਸੁਰਜੀਤ ਪਾਤਰ ਜੀ ਨੇ ਇੱਥੇ ਨਾ ਹੁੰਦਿਆਂ ਹੋਇਆਂ ਵੀ ਇਹਦੇ ਦੁਆਰਾ ਹਾਜ਼ਰੀ ਲਵਾਤੀ। ਇਹ ਕਵਿਤਾ ਇਦਾਂ ਦੀ ਕਵਿਤਾ ਆ ਜਿਹੜੀ ਕਿ ਇੱਥੇ ਹੋਣ ਵਾਲੇ ਤੇ ਜਿਹੜੇ ਪਿੱਛੇ ਵੀ ਬੈਠੇ ਆ ਉਹਨਾਂ ਦੀ ਜ਼ੁਬਾਨਾਂ ਤੇ ਜਾ ਸਕਦੀ ਆ। ਇਹਦੇ 'ਚ ਦਿੱਲੀ ਨੂੰ ਸਵਾਲ ਵੀ ਆ ਤੇ ਇੱਥੇ ਬੈਠਣ ਵਾਲਿਆਂ ਦੀ ਜਿਹੜੀ ਗਵਾਹੀ ਵੀ ਭਰਦੀ ਆ ਵੀ ਇਹਦੇ ਵਿੱਚ ਕੌਣ ਕੌਣ ਆ, ਇਕੱਲੇ ਪੱਗਾਂ ਵਾਲੇ ਨਹੀਂ, ਇਕੱਲੇ ਹਿੰਦੂ ਨਹੀਂ, ਇਕੱਲੇ ਪੰਜਾਬੀ ਨਹੀਂ, ਹੈ ਨਾ, ਇੱਦਾਂ ਦੀਆਂ ਗੱਲਾਂ। ਸੋ ਮਤਲਬ ਮੈਟਰ ਜਿਹੜਾ ਆ ਉਹ ਪਾਏਦਾਰ ਹੋਣਾ ਚਾਹੀਦਾ, ਕਿਉਂਕਿ ਮੈਨੂੰ ਐਂ ਲੱਗਦਾ ਵੀ ਅਸੀਂ ਪਹਿਲੇ ਪੇਪਰ ਤੋਂ ਨਾ ਇੱਕ ਸਟੈਂਡਰਡ ਬਹੁਤ ਵੱਡਾ ਸੈੱਟ ਕਰ ਲਿਆ ਕਿ ਜੇ ਆਪਾਂ ਦੋਨੋਂ ਐਡੀਟੋਰੀਅਲਸ ਦੀ ਗੱਲ ਕਰੀਏ, ਸੁਖਦਰਸ਼ਨ ਨੱਤ ਤੇ ਡਾਕਟਰ ਉਦੋਕੇ ਦੋਨੋਂ ਕਿਸੇ ਜਾਣ ਪਛਾਣ ਦੀ ਮੁਤਾਜ ਨਹੀਂ ਆ, ਹੈ ਨਾ, ਤੇ ਉਹ ਦੋਨੋਂ ਹੀ ਲੱਕੀਲੀ ਦੋਨੋਂ ਹੀ ਇੱਥੇ ਸ਼ਾਮਿਲ ਨੇ। ਇਹ ਸੁਖਦਰਸ਼ਨ ਨੱਤ ਜੀ ਟਿਕਰੀ ਤੇ ਆ ਪਹਿਲੇ ਦਿਨ ਤੋਂ, ਡਾਕਟਰ ਉਦੋਕੇ ਇੱਧਰ ਕੁੰਡਲੀ ਮੋਰਚੇ ਤੇ ਬੈਠੇ ਆ, ਹੈ ਨਾ। ਸੋ ਅਸੀਂ ਇੱਕ ਉਹਦਾ ਇੰਨਾ ਵੱਡਾ ਲੈਵਲ ਸੈੱਟ ਕਰਤਾ ਕਿ ਇਹ ਵੀ ਨਹੀਂ ਕਿ ਆਪਾਂ ਕੱਚੀਆਂ ਚੀਜ਼ਾਂ ਛਾਪ ਸਕਦੇ ਹਾਂ, ਪਰ ਫਿਰ ਵੀ ਅਸੀਂ ਸਾਡੀ ਪਹਿਲ ਉਹਨਾਂ ਨੂੰ ਆ ਜਿਹੜੇ ਟਰਾਲੀਆਂ 'ਚ ਬੈਠੇ ਲਿਖ ਰਹੇ ਆ। ਫਿਰ ਅਸੀਂ ਦੇਖਾਂਗੇ ਵੀ ਜੇ ਕੋਈ ਇੱਦਾਂ ਦੀ ਰਚਨਾ ਜਿਹੜੀ ਪਿੱਛੇ ਬੈਠੇ ਵੀ ਲਿਖ ਰਹੇ ਆ ਪਰ ਉਹ ਬਹੁਤ ਵੱਡੀ ਆ ਤੇ ਇੱਥੇ ਰਹਿਣ ਵਾਲਿਆਂ ਦੇ ਹੌਸਲੇ ਨੂੰ ਗਾਂ ਹੱਲਾਸ਼ੇਰੀ ਦਿੰਦੀ ਆ, ਫਿਰ ਅਸੀਂ ਉਹ ਵੀ ਛਾਪਾਂਗੇ। ਜਿੱਦਾਂ ਅਸੀਂ ਦੇਖ ਰਹੇ ਸੀਗੇ ਕਿ ਜਿਹੜੀ ਨਿਊਜ਼ ਹੈ, ਬਿਕਾਜ਼ ਇੱਥੇ ਨੈਟਵਰਕ ਦਾ ਬੜਾ ਜ਼ਿਆਦਾ ਇਸ਼ੂ ਹੈਗਾ ਆ, ਤੇ ਇਹ ਅੰਦੋਲਨ ਵੀ ਘੱਟੋ ਘੱਟ 12-13 ਕਿਲੋਮੀਟਰ ਦੇ ਵਿੱਚ ਇਹ ਧਰਨਾ ਜਿਹੜਾ ਫੈਲਿਆ ਹੋਇਆ, ਲੋਕ ਬੈਠੇ ਹੋਏ ਨੇ, ਤੇ ਲੋਕਾਂ ਦੇ ਕੋਲੋਂ ਸਟਾਰਟਿੰਗ ਤੋਂ ਜੇ ਅਸੀਂ ਖਬਰ ਸੁਣਦੇ ਆ ਨਾ ਤੇ ਐਂਡ ਤੱਕ ਖਬਰ ਜਿਹੜੀ ਹੈ ਕੁਝ ਹੋਰ ਹੀ ਬਣ ਜਾਂਦੀ ਹੈ, ਤੇ ਮੂੰਹੋਂ ਗੱਲ ਨਿਕਲੀ ਆ ਉਹ ਕੋਈ ਹੋਰ ਹੀ ਸਮਝ ਜਾਂਦਾ ਆ। ਸੋ ਮੈਨੂੰ ਲੱਗਦਾ ਹੈ ਕਿ ਅਖਬਾਰ ਜਿਹੜਾ ਇੱਕ ਚੰਗਾ ਉਪਰਾਲਾ ਹੈਗਾ ਆ ਕਿ ਲੋਕਾਂ ਤੱਕ ਗੱਲ ਪਹੁੰਚਾਉਣ ਦਾ, ਤੇ ਇਹਦੇ ਵਿੱਚ ਲੇਖ ਤਾਂ ਤੁਸੀਂ ਮਤਲਬ ਛਾਪ ਹੀ ਰਹੇ ਹੋ, ਪਰ ਅੱਗੇ ਜਿੱਦਾਂ ਹੁਣ ਇੱਥੇ ਜਿਹੜੀਆਂ ਇਸ ਅੰਦੋਲਨ ਦੀਆਂ ਗੱਲਾਂ ਨੇ ਜਾਂ ਫਿਰ ਕੋਈ ਖਬਰ ਆਉਂਦੀ ਹੈ ਜਿਹੜੀ ਲੋਕਾਂ ਤੱਕ ਨਹੀਂ ਪਹੁੰਚ ਸਕਦੀ ਆ, ਉਹਦੇ ਬਾਰੇ ਕੁਝ ਸੋਚ ਰਹੇ ਹੋ? ਅਸੀਂ ਨਾ ਜਿਹੜਾ ਇਹ ਵਾਲਾ ਅਖਬਾਰ ਆ, ਕਿਉਂਕਿ ਦਿਸ ਇਜ਼ ਮੋਰ ਲਾਈਕ ਜਿਹੜਾ ਆਪਣੇ ਇੱਕ ਮੈਗਜ਼ੀਨ ਐਡੀਸ਼ਨ ਨਹੀਂ ਆਉਂਦਾ ਹੁੰਦਾ ਸੀ ਅਖਬਾਰ ਨਾਲ, ਇਹ ਇੱਦਾਂ ਦਾ, ਹੈ ਨਾ। ਇਹਦੇ 'ਚ ਲੇਖ ਵੀ ਆ, ਕਵਿਤਾਵਾਂ ਵੀ ਆ, ਤੁਸੀਂ ਦੇਖੋਗੇ ਆਰਟ ਵਰਕ ਵੀ ਆ, ਫੋਟੋਗ੍ਰਾਫੀ ਵੀ ਆ, ਕਾਰਟੂਨਸ ਵੀ ਹੋਣਗੇ ਅੱਗੇ, ਹੈ ਨਾ। ਤੇ ਦੂਜੇ ਬਾਰੇ ਅਸੀਂ ਸਾਡੇ ਦਿਮਾਗ ਦੇ ਵਿੱਚ ਇਹ ਚੱਲ ਰਿਹਾ ਕਿ ਜੇ ਆਪਾਂ ਇੱਕ ਪਰਚਾ ਟਾਈਪ ਜਾਂ ਪੈਂਫਲੇਟ ਜਿਹਾ ਬਣਾ ਲਈਏ ਜਿਹਦੇ ਵਿੱਚ ਕਿ ਇਹ ਹੋਵੇ ਕਿ ਜਥੇਬੰਦੀਆਂ ਦੀ ਕੀ ਰਣਨੀਤੀ ਆ ਅੱਗੇ। ਜਿਵੇਂ ਹੁਣ ਮਿਸਹੈਪਸ ਹੋਈਆਂ, ਕੱਲ ਉਹ ਜਿਹੜਾ ਮੁੰਡਾ ਮਰਿਆ, ਹੈ ਨਾ, ਉਹਦੇ ਬਾਰੇ ਅੱਜ ਮੈਨੂੰ ਪਤਾ ਲੱਗਿਆ ਵੀ ਉੱਥੇ 1 ਕਿਲੋਮੀਟਰ ਦੇ ਆਸ-ਪਾਸ ਵੀ ਕਿਸੇ ਨੂੰ ਪਤਾ ਹੀ ਨਹੀਂ ਸੀ ਇੱਥੇ ਮੌਤ ਹੋਈ ਆ। ਉਹ ਮੁੰਡਾ ਜਿੱਥੇ ਮਰਿਆ ਸੀ ਉਹ ਤੋਂ ਇੱਧਰ ਡੈਕ ਲੱਗੇ ਹੋਏ ਸੀ, ਕਿਉਂਕਿ ਉਹਨਾਂ ਦੀ ਵੀ ਨਹੀਂ ਗਲਤੀ, ਉਹਨਾਂ ਨੂੰ ਪਤਾ ਹੀ ਨਹੀਂ ਕਿ ਡੈਥ ਹੋਈ ਆ। ਨਹੀਂ ਤਾਂ ਆਪਣੇ ਪਿੰਡਾਂ ਵਾਲੇ ਇੰਨੇ ਇਨਸੈਂਸਿਟਿਵ ਨਹੀਂ ਹੈਗੇ ਵੀ ਡੈਥ ਹੋਈ ਆ ਤੇ ਦੂਜਾ ਬੰਦਾ ਨੱਚੀ ਜਾਊਗਾ, ਹੈ ਨਾ। ਤਾਂ ਉਹ ਇੱਕੋ ਗੱਲ ਨੂੰ ਅੱਗੇ ਤੋਂ ਲੈ ਕੇ ਪਿਛਲੀ ਟਰਾਲੀ ਤੱਕ ਪਹੁੰਚਾਉਣ ਲਈ ਆਪਾਂ ਇਹ 'ਤੇ ਵਿਚਾਰ ਚੱਲ ਰਹੇ ਆ ਹਲੇ ਟੀਮ ਦੇ ਵਿੱਚ ਵੀ ਆਪਾਂ ਕੀ ਇੱਦਾਂ ਦਾ ਕਰੀਏ, ਕਿਉਂਕਿ ਇਹਦੀ ਪ੍ਰੋਬਲਮ ਇਹ ਆ ਕਿ ਆਹ ਅਖਬਾਰ ਮਹਿੰਗਾ ਵੀ ਪੈਣਾ ਆ ਜੇ ਆਪਾਂ ਰੋਜ਼ ਛਾਪਾਂਗੇ, ਤੇ ਦੂਜੀ ਗੱਲ ਇਹ ਪ੍ਰੈਕਟੀਕਲ ਵੀ ਨਹੀਂ ਆ ਕਿ ਆਪਾਂ 4 ਪੇਜ ਦਾ ਅਖਬਾਰ ਰੋਜ਼ ਛਾਪੀਏ ਤੇ ਰੋਜ਼ ਹੀ ਆਪਾਂ ਲੇਖ ਤੇ ਸਾਰਾ ਕੁਝ ਕਰੀਏ, ਕਿਉਂਕਿ ਹਲੇ ਤੇ ਸਾਡੇ ਕੋਲ ਟੀਮ ਵੀ ਵੱਡੀ ਨਹੀਂ ਆ, ਹੌਲੀ ਹੌਲੀ ਅਸੀਂ ਐਕਸਪੈਂਡ ਹੋ ਰਹੇ ਆ, ਹੈ ਨਾ। ਤੇ ਮਤਲਬ ਇਹ ਬਹੁਤ ਸਾਰੇ ਆਈਡੀਆਜ਼ ਇਹਨੂੰ ਲੈ ਕੇ ਚੱਲ ਰਹੇ ਆ, ਇਹਨੂੰ ਐਕਸਪੈਂਡ ਕਰਨ ਦੇ ਵੀ, ਇਹਨੂੰ ਇਹਦੇ ਮੈਟਰ ਬਾਰੇ ਵੀ ਤੇ ਇਹਦੀ ਡਿਊਰੇਸ਼ਨ ਬਾਰੇ ਵੀ ਕਿੰਨੇ ਦਿਨ ਬਾਅਦ ਆਊਗਾ, ਬਟ ਹਲੇ ਕੁਝ ਫਾਈਨਲ ਨਹੀਂ ਆ। ਹਲੇ ਤਾਂ ਇਹੀ ਆ ਕਿ ਵੀ ਆਪਾਂ ਹਫਤੇ 'ਚ 2 ਕੱਢਾਂਗੇ। ਤੁਸੀਂ ਇੱਕ ਹਿੰਦੀ ਦਾ ਵੀ ਇਹਦੇ ਵਿੱਚ ਪੇਜ ਰੱਖਿਆ ਹੋਇਆ? ਹਾਂਜੀ, ਹਿੰਦੀ ਦਾ ਰੱਖਿਆ, ਤੇ ਅੱਗੇ ਤੋਂ ਹੌਲੀ ਹੌਲੀ ਇਹ ਪਲਾਨ ਹੈ ਕਿ ਪੂਰਾ ਮੈਟਰ ਹਿੰਦੀ 'ਚ ਵੀ ਹੋਵੇ, ਜਿਹੜਾ ਪੂਰਾ ਪੰਜਾਬੀ 'ਚ ਉਹ ਪੂਰਾ ਹਿੰਦੀ 'ਚ ਹੋਵੇ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਸਾਨੂੰ ਆ ਕੇ ਪੁੱਛਿਆ, ਜਿਵੇਂ ਇੱਥੇ ਰਾਜਸਥਾਨ ਵਾਲਾ ਭਾਈ ਇੱਕ ਪੜ੍ਹ ਰਿਹਾ ਸੀ ਤੇ ਉਹਨਾਂ ਨੇ ਬਾਈ ਜੀ ਨੇ ਪੁੱਛਿਆ ਕਿ ਇਹ ਕਿਆ ਲਿਖਾ ਹੈ, ਇਹ ਸੇਮ ਹੈ, ਹੈ ਨਾ, ਤੇ ਉਹਨਾਂ ਨੂੰ ਪਤਾ ਹੈ ਅੱਖਰ ਮਿਲਾ ਕੇ ਵੀ ਨਹੀਂ ਸੇਮ ਹੈਗਾ, ਹੈ ਨਾ। ਫਿਰ ਉਹਨਾਂ ਦੀ ਕਿਊਰੀਆਸਿਟੀ ਹੈ ਕਿ ਆ ਕੀ ਆ ਬਾਬਾ ਜੀ ਕੌਣ ਹੈ, ਇਸਕੇ ਬਾਰੇ ਮੇਂ ਕਿਆ ਲਿਖਾ। ਸੋ ਮਤਲਬ ਸਾਡਾ ਹੈ ਕਿ ਫਿਰ ਬਹੁਤ ਸਾਰੇ ਲੋਕ ਇੱਦਾਂ ਦੇ ਆ ਜਿਹੜੀ ਆਪਣੀ ਬਾਹਰ ਜਨਰੇਸ਼ਨ ਬੈਠੀ ਆ ਖਾਸ ਕਰਕੇ, ਉਹ ਮੈਨੂੰ ਬਹੁਤ ਜ਼ਿਆਦਾ ਮੈਸੇजेस ਆ ਰਹੇ ਆ ਕਿ
ਅਸੀਂ ਇਹਨੂੰ ਟਰਾਂਸਲੇਟ ਕਰ ਦਈਏ ਅੰਗਰੇਜ਼ੀ 'ਚ ਪੂਰਾ, ਅਸੀਂ ਇਹਨੂੰ ਅੰਗਰੇਜ਼ੀ 'ਚ ਵੀ ਪਹੁੰਚਾਉਣਾ ਚਾਹੁੰਦੇ ਹਾਂ। ਸਾਨੂੰ ਜੇ ਗੁਰਮੁਖੀ ਪੜ੍ਹਨੀ ਆਉਂਦੀ ਵੀ ਆ ਉਹ ਠੀਕ ਆ, ਪਰ ਅਸੀਂ ਆਪਦੇ ਕਲਾਸਮੇਟਸ ਨੂੰ, ਦੋਸਤਾਂ ਨੂੰ, ਜਿਹੜੇ ਗੋਰੇ ਕੁਲੀਗਸ ਨੇ ਉਹਨਾਂ ਨੂੰ ਪੜ੍ਹਾਉਣਾ ਚਾਹੁੰਦੇ ਹਾਂ ਕਿ ਸਾਡੇ ਨਾਲ ਦੇ ਆ ਕਰ ਰਹੇ ਆ, ਹੈ ਨਾ। ਸੋ ਇਦਾਂ ਦਾ ਬਹੁਤ ਕੁਝ ਚੱਲ ਰਿਹਾ, ਪਰ ਹਲੇ ਕੁਝ ਵੀ ਕਹਿਣਾ ਬਹੁਤ ਕਾਹਲੀ ਹੋਊਗੀ ਕਿਉਂਕਿ ਪਹਿਲਾ ਐਡੀਸ਼ਨ ਆ ਅਤੇ ਪਹਿਲੇ ਐਡੀਸ਼ਨ ਦਾ ਵੀ ਅੱਜ ਪਹਿਲਾ ਦਿਨ ਆ, ਹੈ ਨਾ। ਸੋ ਦਿਮਾਗ 'ਚ ਹਲੇ ਬਹੁਤ ਕੁਝ ਚੱਲ ਰਿਹਾ, ਪਰ ਕੁਝ ਨਹੀਂ ਕਹਿ ਸਕਦੇ। ਆਨਲਾਈਨ ਅਵੇਲੇਬਲ ਹੈ? ਆਨਲਾਈਨ ਅਵੇਲੇਬਲ ਹੈ, ਇਹੀ ਨਾਮ ਹੈ trolleytimes.online ਅਤੇ ਉਹਦੇ 'ਤੇ ਆ ਗਿਆ। ਸੋ ਇਹ ਤਾਂ ਗੱਲ ਸੀ ਨੌਜਵਾਨ ਸੱਥ ਦੇ ਬਾਰੇ ਤੇ ਇਸ ਅਖਬਾਰ ਦੇ ਬਾਰੇ। ਇਹ ਚੰਗੇ ਉਪਰਾਲੇ ਹੋ ਰਹੇ ਨੇ ਤੇ ਹੁਣ ਮੈਂ ਬਾਈ ਜੀ ਕੋਲੋਂ ਗੱਲ ਕਰਨਾ ਚਾਹੂੰਗੀ ਕਿਉਂਕਿ ਕੱਲਾ ਇੱਥੇ ਹੀ ਨਹੀਂ ਇਹ ਇਨਵੋਲਵ ਹੈਗੇ, ਇਸ ਪੂਰੇ ਅੰਦੋਲਨ ਦੇ ਵਿੱਚ ਅੱਗੇ ਲੀਡ ਕਰ ਰਹੇ ਨੇ, ਅੱਗੇ ਵੱਧ ਰਹੇ ਨੇ, ਹੌਸਲਾ ਅਫਜ਼ਾਈ ਕਰ ਰਹੇ ਨੇ ਸਾਰਿਆਂ ਦੀ। ਸੋ ਉਹਦੇ ਬਾਰੇ ਵੀ ਹੁਣ ਅਸੀਂ ਗੱਲ ਕਰਨਾ ਚਾਹਾਂਗੇ। ਬਾਈ ਜੀ ਹੁਣ ਜਿਹੜੀਆਂ ਮੀਟਿੰਗਸ ਨੇ ਸਾਡੀਆਂ ਨਹੀਂ ਹੋ ਰਹੀਆਂ ਨੇ ਤੇ ਅੱਗੇ ਦਾ, ਕਿਉਂਕਿ ਤੁਸੀਂ ਅੱਗੇ ਹੋ ਕੇ ਮਤਲਬ ਲੀਡ ਕਰ ਰਹੇ ਹੋ, ਦੇਖ ਰਹੇ ਹੋ ਸਾਰਾ ਕੁਝ, ਤੇ ਕਿਵੇਂ ਦਾ ਲੱਗਦਾ ਹੈ ਕਿ ਹੁਣ ਅਗਲਾ ਮਾਹੌਲ ਕੀ ਹੋ ਸਕਦਾ? ਦੇਖੋ, ਸਰਕਾਰ ਦਾ ਰਵੱਈਆ ਹੁਣ ਥੋੜ੍ਹਾ ਜਿਹਾ ਸੁਥਰਾ ਹੋਣਾ ਸ਼ੁਰੂ ਹੋ ਗਿਆ, ਹੁਣ ਥੋੜ੍ਹੇ ਜਿਹੇ ਡਾਊਨ ਆਉਣੇ ਸ਼ੁਰੂ ਹੋਏ ਨੇ। ਕੱਲ੍ਹ ਵੀ ਸੰਸਦ ਦੇ ਵਿੱਚ ਜੋ ਕੇਜਰੀਵਾਲ ਨੇ ਕਿਹਾ ਆ ਉਹਦਾ ਬਹੁਤ ਡੂੰਘਾ ਅਸਰ ਪਿਆ ਹੈ। ਕਿਤੇ ਨਾ ਕਿਤੇ ਕੁਛ ਕੁ ਬੰਦੇ ਜਿਹੜੇ ਨੈਸ਼ਨਲ ਮੀਡੀਆ ਨੂੰ ਦੇਖ ਕੇ ਇਹ ਸਮਝੀ ਬੈਠੇ ਸੀਗੇ ਕਿ ਫਾਰਮਰ ਬਿਲਸ ਬੜੇ ਫਾਇਦੇ 'ਚ ਨੇ, ਕਿਸਾਨ ਸਮਝ ਨਹੀਂ ਪਾ ਰਹੇ ਜਾਂ ਕੋਈ ਇਹਨਾਂ ਨੂੰ ਮਿਸਲੀਡ ਕਰ ਰਿਹਾ ਆ, ਇਹਨਾਂ ਨੂੰ ਗੁੰਮਰਾਹ ਕਰ ਰਿਹਾ ਕੋਈ ਨਾ ਕੋਈ, ਤਾਂ ਉਹ ਚੀਜ਼ਾਂ ਦੇ ਉੱਤੇ ਥੋੜ੍ਹੀ ਜਿਹੀ ਕਲੈਰਿਟੀ ਲੋਕਾਂ ਨੂੰ ਆਈ ਹੈ। ਅਤੇ ਹੁਣ ਮੈਨੂੰ ਲੱਗਦਾ ਕਿ ਸਾਡਾ ਧਿਰ ਹੋਰ ਸਟਰੋਂਗ ਇਸ ਕਰਕੇ ਵੀ ਹੋਣਾ ਸ਼ੁਰੂ ਹੋ ਗਿਆ ਕਿ ਇੰਟਰਨੈਸ਼ਨਲ ਪੋਲੀਟਿਕਸ ਦੀ ਜਿਹੜੀ ਇਨਵੋਲਵਮੈਂਟ ਹੋ ਗਈ ਹੈ ਸ਼ੁਰੂ, ਖਾਸ ਕਰਕੇ ਵੱਡੇ ਮੁਲਕਾਂ ਦੀ, ਅਮਰੀਕਾ ਕੈਨੇਡਾ ਵਰਗਿਆਂ ਦੀ ਜਾਂ ਇੰਗਲੈਂਡ ਤੋਂ ਸਪੋਰਟ ਆਉਣੀ ਸ਼ੁਰੂ ਹੋਈ ਆ। ਅਤੇ ਨਾ ਕਿ ਸਿਰਫ ਲੋਕਾਂ ਦੀ ਸਪੋਰਟ ਬਲਕਿ ਉਹਨਾਂ ਦੇ ਪੋਲੀਟੀਕਲ ਲੀਡਰਸ ਦਾ ਵੀ ਇਸ ਵਿੱਚ ਆ ਜਾਣਾ, ਉਹ ਸ਼ਮੂਲੀਅਤ ਜਿਹੜੀ ਆ ਉਹਦੇ ਨਾਲ ਇੱਕ ਬਹੁਤ ਵੱਡਾ ਪ੍ਰੈਸ਼ਰ ਜਿਹੜਾ ਡਿਵੈਲਪ ਹੋ ਜਾਂਦਾ ਆ। ਕਿਉਂਕਿ ਜਦੋਂ ਗੱਲ ਨੈਸ਼ਨਲ ਅਫੇਅਰਸ ਦੀ ਆ ਜਾਂਦੀ ਹੈ ਕਿ ਇੰਡੀਆ ਦਾ ਕਿਸੇ ਹੋਰ ਨੇਸ਼ਨ ਦੇ ਨਾਲ ਜਿਹੜੀ ਸਾਂਝ ਹੈ, ਜਦੋਂ ਉਹਦੇ ਉੱਤੇ ਕੁਐਸਚਨ ਮਾਰਕ ਖੜੇ ਹੁੰਦੇ ਆ ਤਾਂ ਸਰਕਾਰ ਨੂੰ ਸੋਚਣਾ ਜਿਹੜਾ ਉਹਦੇ ਵਾਸਤੇ ਬਹੁਤ ਲਾਜ਼ਮੀ ਹੋ ਜਾਂਦਾ ਆ। ਅਤੇ ਨਾਲੇ ਜਿੰਨਾ ਟਾਈਮ ਹੋ ਗਿਆ ਉਹ ਵੀ ਸਮਝ ਗਏ ਕਿ ਇਹ ਉੱਦਾਂ ਉੱਠਣ ਵਾਲੇ ਨਹੀਂ ਹੈਗੇ, ਇਹਨਾਂ ਨੇ ਲੈ ਕੇ ਹੀ ਉੱਠਣਾ ਆ। ਤਾਂ ਉਹਨਾਂ ਨੂੰ ਲੱਗਾ ਸੀਗਾ ਕਿ ਇਹ ਢਿੱਲੇ ਪੈਣਗੇ, ਪਰ ਉਹਨਾਂ ਨੇ ਸੋਚਿਆ ਨਹੀਂ ਸੀਗਾ ਕਿ ਉਹਨਾਂ ਨੂੰ ਢਿੱਲੇ ਪੈਣਾ ਪੈ ਜਾਊਗਾ। ਸੋ ਆਪਾਂ ਜਿੱਤ ਦੇ ਬਹੁਤ ਕਰੀਬ ਆ। ਮੈਂ ਤਾਂ ਸਿਰਫ ਇੰਨਾ ਕਹਿਣਾ ਕਿ ਜਿਹੜੇ ਵੀ ਵੀਰ ਇਸ ਇੰਟਰਵਿਊ ਨੂੰ ਸੁਣ ਰਹੇ ਆ ਉਹ ਆਪਣੇ ਆਲੇ ਦੁਆਲੇ ਦਾ ਖਿਆਲ ਰੱਖਣਾ ਅੱਜ ਤੋਂ ਸ਼ੁਰੂ ਕਰਨ। ਇਹ ਸੰਘਰਸ਼ ਜਿਹੜਾ ਆ ਇਹ ਤਾਂ ਖੇਤੀ ਬਿੱਲਾਂ ਵਾਸਤੇ ਸੀ, ਪਰ ਆਪਣੇ ਸਮਾਜ ਨੂੰ ਰਹਿਣ ਯੋਗ ਤਾਂ ਕਰਨਾ ਪਊਗਾ ਨਾ। ਉਹਦੇ ਵਿੱਚ ਡੈਮੋਕ੍ਰੇਸੀ ਸਿਰਫ ਨਾਮ ਦੀ ਨਹੀਂ ਹੋਣੀ ਚਾਹੀਦੀ, ਡੈਮੋਕ੍ਰੇਸੀ ਦੇ ਸਹੀ ਮੰਤਵ ਜਿਹੜੇ ਆ ਉਹ ਪੂਰੇ ਹੋਣੇ ਚਾਹੀਦੇ ਆ। ਜਿਹੜੀ ਫਰੀਡਮ ਅਸੀਂ ਕਹਿੰਦੇ ਆ, ਜਿਹਦੇ ਲਈ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਹੈ, ਜਿਹਦੇ ਲਈ ਸਾਡੇ ਬਹੁਤ ਸਾਰੇ ਆਜ਼ਾਦੀ ਘੁਲਾਟੀਏ ਜਿਹੜੇ ਆ ਉਹ ਆਪਣਾ ਆਪ ਵਾਰ ਗਏ ਨੇ, ਉਹ ਆਜ਼ਾਦੀ ਜਿਹੜੀ ਆ ਉਹਨੂੰ ਲਿਆਉਣਾ ਪਊਗਾ। ਉਹ ਲਿਆਉਣ ਵਾਸਤੇ ਹਰੇਕ ਦੀ ਕੌਨਸ਼ੀਅਸਨੈਸ ਜ਼ਰੂਰੀ ਹੈ, ਕਲੈਕਟਿਵ ਕੌਨਸ਼ੀਅਸਨੈਸ ਦਾ ਹੋਣਾ ਅਤੇ ਇੱਕ ਲਹਿਰ ਬਣ ਕੇ ਕੰਮ ਕਰਨਾ ਬਹੁਤ ਜ਼ਰੂਰੀ ਹੈ। ਅਤੇ ਡਾਈਵਰਸਿਟੀ ਨੋ ਡਾਊਟ ਪੰਜਾਬ 'ਚ ਹਮੇਸ਼ਾ ਰਹੀ ਆ, ਬਟ ਯੂਨਿਟੀ ਇਨ ਡਾਈਵਰਸਿਟੀ ਦਾ ਲੋਗੋ ਲੈ ਕੇ ਚੱਲਣਾ ਪਊਗਾ ਕਿ ਇਹ ਮਤਭੇਦ ਕੱਢਣੇ ਪੈਣਗੇ ਕਿ ਮੈਂ ਕਾਮਰੇਡ ਹਾਂ, ਮੈਂ ਸਿੱਖ ਹਾਂ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ। ਦੇਖੋ, ਤੁਸੀਂ ਕਿਸੇ ਵੀ ਸ਼ਾਖਾ 'ਚ ਹੋਵੋ, ਤੁਸੀਂ ਚਾਹੇ ਕਾਮਰੇਡ ਹੋ, ਚਾਹੇ ਸਿੱਖ ਹੋ, ਚਾਹੇ ਹਿੰਦੂ ਹੋ, ਤੁਹਾਡਾ ਮੰਤਵ ਪਹਿਲਾਂ ਹਿਊਮੈਨਿਟੀ ਹੋਣਾ ਚਾਹੀਦਾ ਆ। ਅਤੇ ਇਹ ਵੇਲਾ ਉੱਦਾਂ ਦਾ ਹੈ ਕਿ ਤੁਸੀਂ ਇਸ ਮੰਤਵ ਲਈ ਇਕੱਠੇ ਹੋਣੇ ਸ਼ੁਰੂ ਹੋ ਜਾਓ। ਉਦੋਂ ਬਾਅਦ ਜਿਹੜੇ ਆਪਸੀ ਮਤਭੇਦ ਹੋਣਗੇ ਉਹ ਤਾਂ ਚੱਲਦੇ ਰਹਿੰਦੇ ਆ, ਉਹਨਾਂ ਦਾ ਕੋਈ ਸਿਰਾ ਲੱਭਿਆ ਨਹੀਂ ਜਾ ਸਕਦਾ। ਪਰ ਹਿਊਮੈਨਿਟੀ ਵਾਸਤੇ ਰਲ ਮਿਲ ਕੇ, ਇਸ ਕੌਜ਼ ਵਾਸਤੇ ਰਲ ਮਿਲ ਕੇ ਜਿਹੜਾ ਉਪਰਾਲਾ ਉਹ ਸਾਰਿਆਂ ਨੂੰ ਕਰਨਾ ਚਾਹੀਦਾ। ਇਹ ਅੰਦੋਲਨ ਸਾਨੂੰ ਬਹੁਤ ਕੁਝ ਸਿਖਾ ਰਿਹਾ, ਇਨਸਾਨੀਅਤ ਦੀ ਜਿਹੜੀ ਝਲਕ ਆ ਉਹ ਸਾਨੂੰ ਇੱਥੇ ਦੇਖਣ ਨੂੰ ਮਿਲ ਰਹੀ ਹੈਗੀ ਹੈ ਨਾ। ਅਤੇ ਜਦੋਂ 1906 ਦੇ ਵਿੱਚ ਇੱਕ ਅੰਦੋਲਨ ਹੋਇਆ ਸੀਗਾ ਪਗੜੀ ਸੰਭਾਲ ਜੱਟਾ, ਅਤੇ ਉਹ ਤਕਰੀਬਨ 9 ਮਹੀਨੇ ਚੱਲਿਆ ਸੀਗਾ। ਅਤੇ ਜਿਹੜਾ ਸਾਡਾ ਇਹ ਅੰਦੋਲਨ ਹੈ ਘੱਟੋ ਘੱਟ ਮੈਨੂੰ ਲੱਗਦਾ ਕਿ 2.5 ਮਹੀਨਿਆਂ ਤੋਂ ਪੰਜਾਬ 'ਚ ਚੱਲ ਰਿਹਾ ਆ, ਅਤੇ ਹੁਣ ਵੀ ਸਾਨੂੰ 21-22 ਦਿਨ ਇੱਥੇ ਹੋ ਗਏ ਨੇ। ਅਤੇ ਅਸੀਂ ਜਦੋਂ ਨਾ ਉੱਥੋਂ ਚੱਲਦੇ ਹਾਂ, ਬਾਹਰੋਂ ਆਉਂਦੇ ਆ, ਅਤੇ ਸਾਰੇ ਸਾਡੇ ਮੂੰਹ ਵੱਲ ਦੇਖਦੇ, ਕਿਉਂਕਿ ਪੱਤਰਕਾਰ ਹੋਣ ਦੇ ਨਾਤੇ ਨਾ ਸਾਨੂੰ ਬੜੇ ਸਵਾਲ ਪੁੱਛਦੇ ਨੇ, ਅੱਛਾ ਪੁੱਤ ਕੀ ਹੋ ਰਿਹਾ, ਅੱਗੇ ਕੀ ਚੱਲ ਰਿਹਾ, ਮੀਟਿੰਗ ਦਾ ਕੁਛ ਨਜ਼ਰ ਆ ਰਹੀ ਹੈ। ਅਸੀਂ ਬਜ਼ੁਰਗਾਂ ਨੂੰ ਪੁੱਛਦੇ ਰਹਿੰਦੇ ਹਾਂ ਕਿ ਬਜ਼ੁਰਗੋ ਠੀਕ ਹੋ ਤੁਸੀਂ, ਕੋਈ ਤਕਲੀਫ ਤਾਂ ਨਹੀਂ ਹੈਗੀ? ਸੋ ਕਹਿੰਦੇ ਕਿ ਨਹੀਂ, ਬਸ ਕਈ ਵਾਰੀ ਮਨ ਕਾਲਾ ਜਿਹਾ ਪੈ ਜਾਂਦਾ ਹੁੰਦਾ ਆ, ਪਰ ਹਾਂ ਇਹ ਆ ਕਿ ਜਦ ਤੱਕ ਨਹੀਂ ਹੱਕ ਵਾਪਸ ਲੈ ਕੇ ਜਾਂਦੇ ਤਦ ਤੱਕ ਤਾਂ ਮੁੜਨ ਵਾਲੇ ਅਸੀਂ ਵੀ ਨਹੀਂ ਹੈਗੇ, ਹੈ ਨਾ। ਸੋ ਉਹਨਾਂ ਲਈ ਕੋਈ ਮੈਸੇਜ ਸਿਰਫ ਇਹ ਹੈ ਕਿ ਬਹੁਤ ਦਲੇਰੀ ਅਤੇ ਬਹੁਤ ਸਹਿਜ ਨਾਲ ਤੁਸੀਂ ਬੈਠੇ ਰਹੇ ਹੋ। ਇੱਕ ਗੱਲ ਕਹਿੰਦੇ ਹੁੰਦੇ ਆ ਕਿ ਪੰਜਾਬੀ ਸ਼ੇਰ ਨੇ, ਅਤੇ ਸ਼ੇਰ ਜ਼ਖਮੀ ਹੋਵੇ ਤਾਂ ਹੋਰ ਵੀ ਘਾਤਕ ਹੋ ਜਾਂਦਾ, ਪਰ ਇਹਨਾਂ ਨੇ ਉਹ ਤੋਂ ਬਿਲਕੁਲ ਉਲਟ ਕਰਕੇ ਦਿਖਾਇਆ ਕਿ ਜ਼ਖਮੀ ਹੋਣ ਦੇ ਬਾਵਜੂਦ ਵੀ ਜਿੰਨਾ ਸਬਰ
ਜਿੰਨੀ ਸੂਝ-ਬੂਝ, ਜਿੰਨੀ ਸਿਆਣਪ ਨਾਲ ਬੈਠੇ ਰਹੇ ਹਾਂ ਅਸੀਂ, ਜਿੰਨਾ ਪੀਸਫੁਲੀ ਇਸ ਪ੍ਰੋਟੈਸਟ ਨੂੰ ਅਸੀਂ ਕੈਰੀ ਕੀਤਾ ਆ, ਉਹਦੇ ਲਈ ਤਾਂ ਮਤਲਬ ਬਹੁਤ ਸ਼ਾਬਾਸ਼ੇ ਆ ਸਾਰੀ ਕੌਮ ਨੂੰ। ਨਾ ਕਿ ਸਿਰਫ ਪੰਜਾਬੀ ਬਲਕਿ ਹੋਰ ਵੀ ਜਿੰਨੇ ਸਾਡੇ ਵੀਰ ਨੇ, ਚਾਹੇ ਹਰਿਆਣੇ ਵਾਲੇ, ਯੂਪੀ ਵਾਲੇ, ਜਿੰਨੇ ਵੀ ਨੇ। ਕਿਉਂਕਿ ਜਿਹੜਾ ਬੰਦਾ ਮੈਨੂੰ ਲੱਗਦਾ ਕਿ ਦਿਲ ਦਾ ਸਿੱਧਾ ਹੁੰਦਾ, ਕਿਉਂਕਿ ਕਿਸਾਨੀ ਜਿਹੜੀ ਹੈ ਨਾ ਉਹ ਸਿੱਧੇ ਦਿਲ ਵਾਲਿਆਂ ਦਾ ਹੀ ਕੰਮ ਹੈ। ਸਿੱਧੇ ਦਿਲ ਵਾਲੇ ਜਿਹੜੇ ਆ ਨਾ ਉਹ ਬਹੁਤ ਛੇਤੀ ਕਈ ਵਾਰੀ ਰਿਐਕਟ ਕਰ ਦਿੰਦੇ ਆ, ਪਰ ਇਸ ਵਾਰੀ ਇਹਨਾਂ ਨੇ ਉਹਨੇ ਉੱਦਾਂ ਦਾ ਰਿਐਕਸ਼ਨ ਦਿੱਤਾ ਨਹੀਂ। ਗਵਰਨਮੈਂਟ ਨੇ ਬੜੀ ਕੋਸ਼ਿਸ਼ ਕੀਤੀ ਕਿ ਇਹਨਾਂ ਕੋਲੋਂ ਕੁਝ ਵਾਇਲੈਂਟ ਰਿਐਕਸ਼ਨ ਕਢਾਇਆ ਜਾਵੇ, ਪਰ ਉੱਦਾਂ ਦਾ ਹੋ ਨਹੀਂ ਸਕਿਆ ਯਾਰ। ਬੜੇ ਸਿਆਣਪ ਨਾਲ ਸਾਰੇ ਚੱਲੇ ਆ, ਤਾਂ ਉਹ ਸਾਡੀ ਸਭ ਤੋਂ ਵੱਡੀ ਜਿੱਤੀ ਉਹ ਹੈ ਕਿ ਅਸੀਂ ਨੀਤੀ ਨੂੰ ਨੀਤੀ ਨਾਲ ਭੰਨਿਆ। ਤੇ ਸੁਪਰੀਮ ਕੋਰਟ ਦੇ ਕੋਲ ਫੈਸਲਾ ਪਹੁੰਚ ਚੁੱਕਿਆ, ਮਾਮਲਾ ਉੱਥੇ ਤੱਕ ਪਹੁੰਚ ਗਿਆ ਆ ਤੇ ਉਹਨਾਂ ਨੇ ਵੀ ਕਹਿਤਾ ਹੈ ਕਿ ਕੋਈ ਇੱਕ ਧਿਰ ਬਣਾਈ ਜਾਵੇ, ਕਮੇਟੀ ਬਣਾਈ ਜਾਵੇ, ਹੈ ਨਾ। ਤੇ ਕੀ ਲੱਗਦਾ ਹੈ ਕਿ ਇਸ ਉਪਰਾਲੇ ਦੇ ਨਾਲ ਕੋਈ ਮਸਲੇ ਦਾ ਹੱਲ ਨਿਕਲੇਗਾ? ਸਭ ਤੋਂ ਵੱਡੀ ਗੱਲ ਤਾਂ ਇਹ ਹੈ, ਦੇਖੋ, ਜੇ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਕਾਰਪੋਰੇਟ ਸੈਕਸ਼ਨ ਦੀ ਬੋਲੀ ਬੋਲ ਸਕਦਾ ਹੈ, ਇੱਕ ਦੇਸ਼ ਦੇ ਰਿਜ਼ਰਵ ਬੈਂਕ ਦੇ ਗਵਰਨਰ ਨੂੰ ਮਜਬੂਰਨ ਅਸਤੀਫਾ ਦੇਣ ਤੇ ਮਜਬੂਰ ਕੀਤਾ ਜਾ ਸਕਦਾ ਹੈ, ਤਾਂ ਉਹਦੇ ਜੱਜ ਨੂੰ ਕਿਉਂ ਨਹੀਂ ਖਰੀਦਿਆ ਜਾ ਸਕਦਾ? ਸੁਪਰੀਮ ਕੋਰਟ ਦੇ ਜੱਜ ਦੇ ਉੱਤੇ ਕੁਐਸਚਨ ਬਹੁਤ ਖੜੇ ਹੋ ਜਾਂਦੇ ਨੇ। ਪਰ ਨਾਲ ਦੇ ਨਾਲ ਇਹ ਹੈ ਕਿ ਇਸ ਐਜੀਟੇਸ਼ਨ ਕਰਕੇ ਬਹੁਤ ਸਾਰੀਆਂ ਕਲੈਰਿਟੀਜ਼ ਆਉਣਗੀਆਂ। ਉਹ ਕਲੈਰਿਟੀਜ਼, ਪਹਿਲੀ ਕਲੈਰਿਟੀ ਤਾਂ ਇਹ ਹੈ ਕਿ ਦਿਸ ਨੇਸ਼ਨ ਇਜ਼ ਡਿਜ਼ਾਈਨਡ ਐਂਡ ਰਨ ਬਾਈ ਕਾਰਪੋਰੇਟਸ। ਕਾਰਪੋਰੇਟ ਸੈਕਸ਼ਨ ਹੀ ਇੱਥੇ ਮਜਬੂਰ ਕਰਦਾ ਹੈ, ਫੰਡ ਕਰਦਾ ਹੈ ਇੱਕ ਪਾਰਟੀ ਨੂੰ, ਔਰ ਕਹਿੰਦਾ ਹੈ ਕਿ ਤੁਸੀਂ ਇੱਦਾਂ ਦੇ ਪ੍ਰਬੰਧ ਮੈਨੂੰ ਕਰਕੇ ਦਿਓ ਤੇ ਮੈਂ ਤੁਹਾਡਾ ਫਾਇਦਾ ਕਰਾਊਂਗਾ। ਉਸ ਪ੍ਰਬੰਧ ਦੇ ਤਹਿਤ ਹੀ ਸਾਰਾ ਕੁਝ ਖਰੀਦਿਆ ਵੇਚਿਆ ਜਾਂਦਾ ਹੈ। ਪ੍ਰਜਾ ਵੀ ਖਰੀਦੀ ਵੇਚੀ ਜਾਂਦੀ ਹੈ, ਅਦਾਰੇ ਵੀ ਖਰੀਦੇ ਵੇਚੇ ਜਾਂਦੇ ਨੇ। ਸੋ ਉਹ ਕਲੈਰਿਟੀ ਹੁਣ ਸਾਡੇ ਸਾਹਮਣੇ ਆਊਗੀ। ਸੁਪਰੀਮ ਕੋਰਟ ਦਾ ਵੀ ਜੋ ਫੈਸਲਾ ਹੋਊਗਾ ਦੇਖਾਂਗੇ, ਬਟ ਉਹਦੇ ਤੋਂ ਵੀ ਨਿਰਪੱਖਤਾ ਦੀ ਉਮੀਦ ਅਸੀਂ ਕਰਦੇ ਹਾਂ ਕਿ ਉਹ ਸੱਚ ਨੂੰ ਸਮਝਣ, ਇਹ ਗੱਲ ਸਮਝਣ ਕਿ ਇਹ ਰੋਡਸ ਅਸੀਂ ਜਾਮ ਜ਼ਰੂਰ ਕੀਤੇ ਪਰ ਇਹਦਾ ਕਾਰਨ ਸਰਕਾਰ ਹੈ। ਉਹ ਅੱਜ ਸਾਡਾ ਫੈਸਲਾ ਕਰ ਦੇਣ, ਅਸੀਂ ਮੁੜ ਜਾਵਾਂਗੇ। ਇਹਨੂੰ ਬਲੌਕ ਕਰਨ ਵਾਲਾ ਸਾਡਾ ਮੰਤਵ ਨਹੀਂ ਆ, ਪਰ ਸਾਨੂੰ ਮਜਬੂਰੀ 'ਚ ਕਰਨਾ ਪੈ ਰਿਹਾ। ਤਾਂ ਇਹਦਾ ਦੋਸ਼ ਜਿਹੜਾ ਉਹ ਸਰਕਾਰ ਦੇ ਉੱਤੇ ਹੈ। ਜੇ ਇੱਥੇ ਦੀ ਪਬਲਿਕ ਪਰੇਸ਼ਾਨ ਹੈ ਜਾਂ ਇੱਥੇ ਦੇ ਚਾਹੇ ਕਿਸੇ ਵੀ ਸਰਵਿਸ ਦੇ ਵਿੱਚ ਵਾਧਾ ਘਾਟਾ ਹੋ ਰਿਹਾ, ਤਾਂ ਉਹਦੀ ਜ਼ਿੰਮੇਵਾਰੀ ਸਰਕਾਰ ਨੂੰ ਲੈਣੀ ਪਏਗੀ। ਲੋਕਾਂ ਨੂੰ ਤਾਂ ਅੱਜ ਕਹਿ ਦੇਣ ਕਿ ਤੁਹਾਡੀ ਹਾਂਜੀ ਅਸੀਂ ਮੰਗ ਕਬੂਲ ਕਰ ਲੈਂਦੇ ਹਾਂ, ਤੁਸੀਂ ਜਾਓ, ਤਾਂ ਹੁਣੇ ਅਸੀਂ ਵਾਪਸ ਜਾਣ ਨੂੰ ਤਿਆਰ ਹਾਂ। ਹੁਣ ਅਗਲੀ ਪਾਰਟੀ ਬਣਾਉਣ ਦੀ ਗੱਲ ਕੀਤੀ ਗਈ ਹੈ, ਤੇ ਕਿਵੇਂ ਲੱਗਦਾ ਹੈ ਕਿ ਹੁਣ ਕਦੋਂ ਤੱਕ ਅਸੀਂ ਇਸ ਫੈਸਲੇ ਤੇ ਪਹੁੰਚਾਂਗੇ ਜਾਂ ਕਮੇਟੀ ਬਣਾਈ ਜਾਵੇਗੀ ਤੇ ਜਿਹੜਾ ਸਾਡਾ ਹੁਣ ਮਾਮਲਾ ਆ ਇਹ ਅੱਗੇ ਵਧੇਗਾ? ਦੇਖੋ, ਇਹ ਜਥੇਬੰਦੀਆਂ ਦਾ ਫੈਸਲਾ ਹੋਊਗਾ ਕਿ ਉਹ ਕਮੇਟੀ ਕੀ ਹੋਊਗੀ, ਕੌਣ ਕੌਣ ਉਹਦੇ ਵਿੱਚ ਇਨਕਲੂਡਡ ਹੋਊਗਾ, ਤੇ ਉਹਨਾਂ ਦੇ ਉੱਤੇ ਸਾਨੂੰ ਭਰੋਸਾ ਵੀ ਹੈ। ਗੱਲਬਾਤ ਹੁੰਦੀ ਰਹਿੰਦੀ ਹੈ ਤੇ ਸਾਡੇ ਓਪੀਨੀਅਨਸ ਵੀ ਕੰਸੀਡਰ ਕੀਤੇ ਜਾਂਦੇ ਨੇ, ਤਾਂ ਬੜੀ ਸੂਝ-ਬੂਝ ਨਾਲ ਸਾਰੇ ਚੱਲ ਰਹੇ ਨੇ। ਸਾਨੂੰ ਯਕੀਨ ਹੈ ਵੀ ਸਾਰਾ ਕੁਝ ਠੀਕ ਹੋਏਗਾ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣਾ ਸਮਾਂ ਜਿਹੜਾ ਸਾਡੇ ਨਾਲ ਸਾਂਝਾ ਕੀਤਾ ਹੈ। ਸੋ ਤੁਸੀਂ ਵਿਚਾਰ ਸੁਣੇ ਨੇ ਵੀਰ ਬਾਈ ਜੀ ਦੇ, ਤੇ ਇਸ ਤੋਂ ਉਮੀਦ ਤਾਂ ਇਹੀ ਹੈ ਕਿ ਜਿਹੜਾ ਫੈਸਲਾ ਹੈ ਉਹ ਸਾਨੂੰ ਜਲਦੀ ਸੁਣਨ ਨੂੰ ਮਿਲੇਗਾ। ਤੇ ਸਾਰੇ ਸੁਣਨ ਵਾਲੇ ਤੇ ਦੇਖਣ ਵਾਲੇ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਵੀ ਇਹੀ ਕਹਿਣਾ ਚਾਹਾਂਗੇ ਕਿ ਸਬਰ, ਜਿੱਥੇ ਇੰਨਾ ਸਬਰ ਕੀਤਾ ਉੱਥੇ ਹੋਰ ਥੋੜਾ ਸਬਰ ਕਰਨਾ ਬਣਦਾ ਹੈ। ਪੰਜਾਬੀ ਨੈਸ਼ਨਲ ਟੀਵੀ ਤੋਂ ਲਗਾਤਾਰ ਲਾਈਵ।